ਅਸੀਂ ਕੱਲ ਆਪਣਾ ਟੌਪਿਕ ਡਿਸਕਸ ਕਰ ਰਹੇ ਸੀਗੇ ਜੈਨਿਜ਼ਮ ਔਰ ਜੈਨਿਜ਼ਮ ਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਡਿਸਕਸ ਕੀਤੀਆਂ ਉਹਨਾਂ ਦੀ ਬੈਕਗਰਾਉਂਡ, ਮਹਾਵੀਰ ਜੈਨ ਦਾ ਜਨਮ, ਉਹਨਾਂ ਦੀਆਂ ਸਿੱਖਿਆਵਾਂ ਔਰ ਕਿਸ ਤਰੀਕੇ ਦੇ ਨਾਲ ਇਹ ਜੈਨਿਜ਼ਮ ਜਿਹੜਾ ਸੀਗਾ ਉਹ ਅੱਗੇ ਫੈਲਿਆ। ਉਸੇ ਸੰਬੰਧ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ ਕਿ ਜੈਨ ਧਰਮ ਦੇ ਵਿਕਾਸ ਦੇ ਜਦੋਂ ਅਸੀਂ ਕਾਰਨ ਦੇਖਦੇ ਹਾਂ ਵੀ ਇਹ ਕਿਉਂ ਵਿਕਾਸ ਹੋਇਆ ਜਾਂ ਉਸ ਸਮੇਂ ਕਿਉਂ ਫੈਲਿਆ। ਹਾਲਾਂਕਿ ਇਸ ਸੰਬੰਧ 'ਚ ਅਸੀਂ ਇੱਕ ਅਲੱਗ ਐਸਪੈਕਟ ਵੀ ਦੇਖਾਂਗੇ ਕਿ ਇਹ ਕਿੰਨਾ ਕੁ ਫੈਲ ਸਕਿਆ ਸ਼ੁਰੂ ਦੇ ਵਿੱਚ ਔਰ ਬਾਅਦ 'ਚ ਇਹਦੀ ਕੰਟੀਨਿਊਟੀ ਕੀ ਰਹੀ। ਤਾਂ ਉਹਦੇ 'ਚ ਅਸੀਂ ਇੱਕ ਦੇਖਦੇ ਹਾਂ ਕਿ ਜਿਹੜੀਆਂ ਇਹਦੀਆਂ ਸਿੱਖਿਆਵਾਂ ਸੀਗੀਆਂ ਉਹ ਬੜੀਆਂ ਸਰਲ ਸੀ ਔਰ ਇਹੀ ਅਸੀਂ ਇੱਕ ਕਾਰਨ ਵੀ ਦੇਖਿਆ ਸੀਗਾ ਕਿ ਕਿਉਂ ਜੈਨ ਧਰਮ ਦੇ ਉਹਦੇ ਦੇ ਕਾਰਨ ਬਣਦੇ ਆ। ਦੂਸਰਾ ਅਸੀਂ ਦੇਖਦੇ ਹਾਂ ਕਿ ਇਸ ਧਰਮ ਨੂੰ ਜਦੋਂ ਫੈਲਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਰਾਜਿਆਂ ਨੇ ਇਸ ਧਰਮ ਨੂੰ ਅਡੋਪਟ ਕੀਤਾ, ਜਿਹਦੇ 'ਚ ਅਜਾਤਸ਼ਤਰੂ ਦੇ ਪੁੱਤਰ ਉਦੈਨ ਦਾ ਨਾਮ ਵੀ ਆਉਂਦਾ ਹੈ। ਕਈ ਲੋਕ ਇਸ ਦੇ ਵਿੱਚ ਈਵਨ ਚੰਦਰਗੁਪਤ ਮੌਰਿਆ ਦਾ ਨਾਮ ਵੀ ਲੈਂਦੇ ਨੇ। ਹੋਰ ਵੀ ਬਹੁਤ ਸਾਰੇ ਰਾਜਿਆਂ ਦੇ ਨਾਮ ਇਸ ਦੇ ਵਿੱਚ ਆਉਂਦੇ ਨੇ ਜੈਨ ਪਰੰਪਰਾ ਦੇ ਅਨੁਸਾਰ, ਜਿਨ੍ਹਾਂ ਨੇ ਜੈਨ ਧਰਮ ਨੂੰ ਅਡੋਪਟ ਕੀਤਾ। ਅਤੇ ਜਦੋਂ ਕੋਈ ਰਾਜਾ ਅਡੋਪਟ ਕਰਦਾ ਹੈ ਤਾਂ ਇੱਕ ਤਰੀਕੇ ਦੇ ਨਾਲ ਉਹ ਉਸ ਧਰਮ ਦਾ ਸੰਰਖਕ ਬਣ ਜਾਂਦਾ ਹੈ ਅਤੇ ਲੋਕ ਵੱਡੀ ਗਿਣਤੀ ਦੇ ਵਿੱਚ ਉਹਦੇ 'ਚ ਕਨਵਰਟ ਹੋਣਾ ਸ਼ੁਰੂ ਹੋ ਜਾਂਦੇ ਨੇ। ਤੀਸਰਾ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਜਿਸ ਸ਼ਖਸੀਅਤ ਨੇ ਕਿਸੇ ਵਿਚਾਰਧਾਰਾ ਨੂੰ ਫੈਲਾਇਆ ਹੁੰਦਾ ਉਹਦੀ ਆਪਣੀ ਸ਼ਖਸੀਅਤ ਬੜੀ ਪ੍ਰਭਾਵਿਤ ਕਰਦੀ ਹੈ। ਤਾਂ ਮਹਾਵੀਰ ਜੈਨ ਦੀ ਜੋ ਆਪਣੀ ਸ਼ਖਸੀਅਤ ਸੀਗੀ ਉਹ ਬਹੁਤ ਪ੍ਰਭਾਵਿਤ ਕਰਦੀ ਸੀ। ਬਹੁਤ ਸਾਰੇ ਵਿਰੋਧੀ ਉਹਨਾਂ 'ਤੇ ਹਮਲੇ ਵੀ ਕਰਦੇ ਸੀ, ਲੇਕਿਨ ਉਹ ਬੜੀ ਪੇਸ਼ੈਂਸ ਦੇ ਨਾਲ, ਠਹਿਰਾਵ ਦੇ ਨਾਲ, ਅਹਿੰਸਾ ਦੇ ਨਾਲ ਉਹਨਾਂ ਦਾ ਜਵਾਬ ਬੜੀ ਮਿੱਠੀ, ਸੱਚੀ ਅਤੇ ਨੇਕ ਬਾਣੀ ਨਾਲ ਹੀ ਦਿੰਦੇ ਸੀਗੇ, ਜਿਹਦੇ ਨਾਲ ਲੋਕ ਬਹੁਤ ਉਸ ਤੋਂ ਪ੍ਰਭਾਵਿਤ ਹੁੰਦੇ ਸਨ। ਔਰ ਉਹਨਾਂ ਸਰਕਮਸਟਾਂਸਿਸ ਦੇ ਵਿੱਚ ਵੀ ਜੈਨ ਧਰਮ ਦੀਆਂ ਸਿੱਖਿਆਵਾਂ ਲੋਕਾਂ ਨੂੰ ਸੂਟ ਕਰਦੀਆਂ ਸੀ, ਕਿਉਂਕਿ ਬਾਕੀ ਦੇ ਧਰਮ ਜੋ ਉਸ ਵੇਲੇ ਵੈਦਿਕ ਧਰਮ ਚੱਲ ਰਿਹਾ ਸੀ ਉਹ ਖਰਚੀਲਾ ਹੋ ਚੁੱਕਾ ਸੀ, ਕੰਪਲੀਕੇਟਡ ਹੋ ਚੁੱਕਾ ਸੀ, ਗੁੰਝਲਦਾਰ ਹੋ ਚੁੱਕਾ ਸੀ, ਬ੍ਰਾਹਮਣਵਾਦ ਉਹਦੇ 'ਚ ਹਾਵੀ ਹੋ ਚੁੱਕਾ ਸੀ। ਈਵਨ ਕਾਸਟ ਸਿਸਟਮ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਜੈਨ ਧਰਮ ਦੇ ਉਭਾਰ ਦੇ ਵਿੱਚ, ਕਿਉਂਕਿ ਨੌਨ ਵਾਇਲੈਂਸ ਬੇਸਿਸ ਕਰਕੇ ਜਿਹੜੀ ਬਿਜ਼ਨਸ ਕਮਿਊਨਿਟੀ ਸੀ, ਪਾਰਟੀਕੂਲਰਲੀ ਵੈਸ਼ ਕਮਿਊਨਿਟੀ ਸੀ, ਉਹ ਵੱਡੀ ਤਾਦਾਦ ਦੇ ਵਿੱਚ ਇਹਦੇ ਵਿੱਚ ਸ਼ਾਮਲ ਹੋਣਾ ਸਟਾਰਟ ਹੋਈ। ਇੱਕ ਹੋਰ ਅਸੀਂ ਜਿਹੜਾ ਕਾਰਨ ਦੇਖਦੇ ਹਾਂ ਉਹ ਹੈ ਜੈਨ ਸੰਘ। ਜੈਨ ਸੰਘ ਦਾ ਮਤਲਬ ਜਿਹੜੇ ਜੈਨ ਮੌਂਕ ਸੀਗੇ, ਜਿਹੜੇ ਭਿਕਸ਼ੂ ਸੀਗੇ, ਉਹ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਜਦੋਂ ਉਹ ਆਏ ਔਰ ਉਹਨਾਂ ਨੇ ਜੈਨ ਧਰਮ ਦੇ ਪ੍ਰਚਾਰ ਦੇ ਵਿੱਚ ਇੱਕ ਵੱਡਾ ਜਿਹੜਾ ਰੋਲ ਅਦਾ ਕੀਤਾ। ਉਰੇ ਜਿਹੜੀ ਅਸੀਂ ਚੀਜ਼ ਨੂੰ ਬੇਟਾ ਦੇਖਣ ਦੀ ਕੋਸ਼ਿਸ਼ ਕਰਨੀ ਹੈ ਉਹ ਹੈ ਕਿ ਜੈਨ ਸੰਘ ਤੋਂ ਸਾਡਾ ਕੀ ਭਾਵ ਹੈ। ਉਹ ਇਹ ਹੈ ਕਿ ਜੈਨ ਸੰਘ ਦਾ ਮਤਲਬ ਹੈ ਜੈਨ ਮੌਂਕਸ ਦਾ ਇੱਕ ਆਰਗੇਨਾਈਜੇਸ਼ਨ, ਉਸ ਦਾ ਇੱਕ ਸੰਘ। ਬੇਟਾ ਵੀਡੀਓਜ਼ ਔਨ ਕਰ ਲੈਣਾ। ਔਰ ਉਹ ਜਿਹੜੇ ਜੈਨ ਮੌਂਕ ਸੀਗੇ ਉਹ ਬੜੇ ਉੱਚ ਕਰੈਕਟਰ ਦੇ ਸਨ। ਜਿੱਦਾਂ ਮਹਾਵੀਰ ਜੈਨ ਜਿਹੜੇ ਸੀਗੇ ਉਹਨਾਂ ਦਾ ਇੱਕ ਆਪਣਾ ਪ੍ਰਭਾਵ ਪੈਂਦਾ ਸੀ। ਇੱਦਾਂ ਹੀ ਜਦੋਂ ਜੈਨ ਧਰਮ ਦੇ ਵਿਕਾਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਜਿਹੜੇ ਜੈਨ ਸਾਧੂ ਸਨ, ਜਿਨ੍ਹਾਂ ਨੂੰ ਅਸੀਂ ਮੌਂਕਸ ਕਹਿ ਦਿੰਦੇ ਹਾਂ, ਭਿਕਸ਼ੂ ਕਹਿ ਦਿੰਦੇ ਹਾਂ ਪੁਰਾਣੇ ਸਮੇਂ ਦੇ ਅੰਦਰ, ਉਹਨਾਂ ਦਾ ਵੀ ਇੱਕ ਵੱਡਾ ਯੋਗਦਾਨ ਰਿਹਾ, ਕਿਉਂਕਿ ਉਹ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਮੂਵ ਕਰਦੇ ਸਨ ਔਰ ਆਪਣੇ ਸਾਦਾ ਜੀਵਨ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ। ਇਸ ਕਰਕੇ ਉਹ ਲੋਕ ਵੀ ਜਿਹੜੇ ਸੀ ਵੱਡੀ ਗਿਣਤੀ ਦੇ ਵਿੱਚ ਉਹਨਾਂ 'ਚ ਸ਼ਾਮਲ ਹੋਣਾ ਸਟਾਰਟ ਹੋਏ ਔਰ ਉਹਨਾਂ ਨੇ ਏਰੀਆਜ਼ ਨੂੰ ਗਨ ਕਹਿੰਦੇ ਸੀਗੇ, ਗੰਤਰ ਜਿਹੜਾ ਹੈਗਾ ਉਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ। ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਵਿਕਾਸ ਹੋਇਆ। ਤੀਸਰਾ ਅਸੀਂ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖਦੇ ਹਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਸੰਪਰਦਾਇਕ ਵਿਕਾਸ ਜਿਹੜਾ ਹੈਗਾ ਜੈਨ ਧਰਮ ਦਾ ਹੋਇਆ। ਬਹੁਤ ਸਾਰੇ ਜਿਵੇਂ ਮੈਂ ਦੱਸਿਆ ਕਿ ਰਾਜਿਆਂ ਨੇ ਜੈਨ ਧਰਮ ਨੂੰ ਅਡੋਪਟ ਕੀਤਾ ਔਰ ਜਦੋਂ ਕਈ ਵਾਰੀ ਕੋਈ ਮੁਸੀਬਤ ਆਉਂਦੀ ਸੀ, ਕੋਈ ਮੰਨ ਲਓ ਅਕਾਲ ਪੈ ਗਿਆ ਜਾਂ ਕੋਈ ਤਕਲੀਫ ਲੋਕਾਂ ਦੇ ਵਿੱਚ ਆਈ, ਤਾਂ ਉਸ ਵੇਲੇ ਜਿਹੜੇ ਸੀਗੇ ਜੈਨੀ ਜਿਹੜੇ ਸੀਗੇ ਉਹ ਆਪਣੇ ਅਕਾਲ ਦੀ ਪਰਵਾਹ ਨਾ ਕਰਦੇ ਹੋਏ ਜਿਹੜਾ ਹੈਗਾ ਜਾਂ ਦੂਜੀਆਂ ਚੀਜ਼ਾਂ ਦੀ ਨਾ ਕਰਦੇ, ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਰਹੇ। ਇਸ ਦੇ ਨਾਲ ਈਵਨ ਜੈਨ ਧਰਮ ਦੇ ਵਿੱਚ ਸਪਲਿਟ ਵੀ ਹੋਇਆ। ਉਹ ਸਪਲਿਟ ਅਸੀਂ ਕੀ ਦੇਖਦੇ ਹਾਂ ਜੋ ਆਮ ਤੌਰ ਦੇ ਉੱਤੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਚੰਦਰਗੁਪਤ ਮੌਰਿਆ ਦੇ ਸਮੇਂ ਦੇ ਵਿੱਚ ਅਕਾਲ ਜਦੋਂ ਪਿਆ ਤਾਂ ਕੁਝ ਜੈਨੀਆਂ ਨੇ ਅਕਾਲ ਦੀ ਪਰਵਾਹ ਨਹੀਂ ਕੀਤੀ ਔਰ ਉੱਥੇ ਹੀ ਰੁਕੇ ਔਰ ਬਾਕੀ ਲੇਕਿਨ ਜਿਹੜੇ ਸੀਗੇ ਉੱਥੋਂ ਸ਼ਿਫਟ ਹੋ ਕੇ ਸਾਊਥ ਦੇ ਵਿੱਚ ਕਰਨਾਟਕਾ ਦੇ ਕੋਲ ਇੱਕ ਜਗ੍ਹਾ ਹੈਗੀ ਹੈ ਬੇਲਗੋਲਾ, ਉੱਥੇ ਚਲੇ ਗਏ ਔਰ ਉਹ ਜੈਨ ਧਰਮ ਦਾ ਮੇਜਰ ਹੈੱਡਕੁਆਟਰ ਬਾਅਦ ਦੇ ਵਿੱਚ ਬਣ ਗਿਆ ਜਿਹੜਾ ਉੱਥੋਂ ਦਾ। ਤਾਂ ਇੱਥੋਂ ਦੀ ਜੈਨ ਧਰਮ ਦਾ ਸਪਲਿਟ ਵੀ ਜਿਹੜਾ ਹੈਗਾ ਆਉਂਦਾ ਹੈ ਔਰ ਉਹ ਜਦੋਂ ਸਪਲਿਟ ਹੁੰਦੀ ਹੈ ਯਾਨੀ ਜਦੋਂ ਦੋ ਅਲੱਗ-ਅਲੱਗ ਬਣਦੇ ਆ ਤਾਂ ਨੈਚੁਰਲੀ ਹੈ ਕਿ ਉਹਨਾਂ ਵਿੱਚ ਕੁਛ ਨਾ ਕੁਛ ਮਤਭੇਦ ਵੀ ਉੱਭਰਨੇ ਸ਼ੁਰੂ ਆ ਜਾਂਦੇ ਆ। ਜਿਹੜੇ ਜੈਨ ਧਰਮ ਦੇ ਲੋਕ ਮਗਧ ਵਿੱਚ ਰਹੇ, ਪਾਟਲੀ ਪੁੱਤਰ 'ਚ ਰਹੇ, ਉਹਨਾਂ ਨੇ ਉੱਥੇ ਆਪਣੇ ਜਿਹੜੀ ਹੈਗੇ ਸੇਵਾਵਾਂ ਕੀਤੀਆਂ ਔਰ ਆਪਣੇ ਸਿਹਤ ਦੀ ਪੜਚੋਲ ਕਰਕੇ ਉਹਨੂੰ ਨਵਾਂ ਰੂਪ ਦਿੱਤਾ। ਜਿਹੜੇ ਬੇਲਗੋਲਾ ਚਲੇ ਗਏ ਉਹਨਾਂ ਨੇ ਆਪਣਾ ਰੂਪ ਦਿੱਤਾ। ਜਿਹੜੇ ਮਗਧ ਵਿੱਚ ਰਹੇ ਉਹਨਾਂ ਨੇ ਇਸ ਨੂੰ ਅੰਗ ਦਾ ਨਾਂ ਜਿਹੜਾ ਹੈਗਾ ਸੀ ਕਹਿਣਾ ਸ਼ੁਰੂ ਕਰ ਦਿੱਤਾ।
ਔਰ ਇਸੇ ਪਰੰਪਰਾ ਦੇ ਵਿੱਚ ਅਸੀਂ ਅੱਗੇ ਇੱਕ ਹੋਰ ਚੀਜ਼ ਦੇਖਦੇ ਹਾਂ ਕਿ ਦੋ ਜਿਹੜੇ ਸੈਕਟ ਬਣਦੇ ਆ, ਇੱਕ ਬਣਦੇ ਨੇ ਸ਼ਵੇਤੰਬਰ ਔਰ ਦੂਸਰਾ ਬਣਦੇ ਨੇ ਦਿਗੰਬਰ। ਦਿਗੰਬਰ ਦਾ ਮਤਲਬ ਹੁੰਦਾ ਹੈ ਨੇਕਡ, ਯਾਨੀ ਤੁਸੀਂ ਮਹਾਵੀਰ ਜੈਨ ਦੀ ਵੀ ਆਮ ਤੌਰ ਦੇ ਉੱਤੇ ਜਦੋਂ ਫੋਟੋ ਦੇਖਦੇ ਹੋ ਤਾਂ ਉਹਨਾਂ ਦੇ ਸਰੀਰ ਦੇ ਉੱਤੇ ਸਾਨੂੰ ਵਸਤਰ ਦਿਖਾਈ ਨਹੀਂ ਦਿੰਦੇ, ਉਹਨਾਂ ਨੂੰ ਅਸੀਂ ਕਹਿੰਦੇ ਦਿਗੰਬਰ। ਲੇਕਿਨ ਜਦੋਂ ਅਸੀਂ ਸਮਾਜ ਵਿੱਚ ਉਸ ਨੂੰ ਪ੍ਰੈਕਟੀਕਲੀ ਦੇਖਦੇ ਹਾਂ ਕਿ ਅਗਰ ਤੁਸੀਂ ਸੁਸਾਇਟੀ ਦੇ ਵਿੱਚ ਜਾਣਾ ਹੈ, ਸ਼ਹਿਰਾਂ ਦੇ ਵਿੱਚ ਜਾਣਾ ਹੈ, ਲੋਕਾਂ ਦੇ ਵਿੱਚ ਜਾਣਾ ਹੈ, ਤਾਂ ਤੁਸੀਂ ਉਸ ਵੇਸ਼ ਭੂਸ਼ਾ 'ਚ ਨਹੀਂ ਜਾ ਸਕਦੇ। ਇਸ ਕਰਕੇ ਦੂਜੇ ਸੈਕਟ ਨੇ ਜਿਹੜਾ ਸੀਗਾ ਵਾਈਟ ਕਲੋਥਸ ਅਡੋਪਟ ਕਰਨੇ ਸ਼ੁਰੂ ਕਰ ਦਿੱਤੇ। ਇਸ ਕਰਕੇ ਉਹਨਾਂ ਦਾ ਨਾਮ ਜਿਹੜਾ ਸੀਗਾ ਪੈ ਗਿਆ ਸ਼ਵੇਤੰਬਰ। ਸ਼ਵੇਤ ਮੈਨੇ ਸਫੇਦ, ਠੀਕ ਹੈ। ਤਾਂ ਉੱਥੋਂ ਦੀ ਜਿਹੜਾ ਹੈਗਾ ਸ਼ਵੇਤੰਬਰ ਔਰ ਦਿਗੰਬਰ ਜਿਹੜੇ ਸੀ ਦੋ ਸੈਕਟ ਜਿਹੜੇ ਸੀ ਜੈਨ ਧਰਮ ਦੇ ਬੇਟਾ ਬਣ ਗਏ। ਤਾਂ ਉਹ ਉਸ ਤੋਂ ਬਾਅਦ ਕਈ ਹੋਰ ਵੀ ਬਣੇ, ਲੇਕਿਨ ਬੇਸਿਕਲੀ ਇਹ ਦਿਗੰਬਰ ਤੇ ਸ਼ਵੇਤੰਬਰ ਜਿਹੜੇ ਸੀ ਉਹ ਕਹਿਲਾਉਣ ਲੱਗ ਗਏ। ਉਸ ਤੋਂ ਬਾਅਦ ਫਿਰ ਹੋਰ ਵੀ ਉਹਨਾਂ 'ਚ ਡਿਫਰੈਂਸਿਸ ਆਉਣੇ ਸ਼ੁਰੂ ਲੱਗ ਗਏ, ਕਿਉਂਕਿ ਫਿਰ ਜਿੱਦਾਂ ਦੀਆਂ ਤੁਸੀਂ ਮੂਰਤੀਆਂ ਨੇ ਉਹ ਵੀ ਉਸੇ ਢੰਗ ਨਾਲ ਬਣਾਓਗੇ ਜੋ ਤੁਹਾਡੀ ਵੇਸ਼ ਭੂਸ਼ਾ ਦੇ ਵਿੱਚ ਹੋਣਗੀਆਂ। ਇੱਦਾਂ ਹੀ ਉਹਨਾਂ ਬਾਅਦ ਇੱਕ ਹੋਰ ਸੈਕਟ ਨਿਕਲਿਆ ਜਿਹਨੂੰ ਕਿਹਾ ਜਾਂਦਾ ਸੀਗਾ ਅਜੀਵਿਕਾ, ਜਿਹਦਾ ਫਾਊਂਡਰ ਜਿਹੜਾ ਸੀਗਾ ਗੋਸ਼ਾਲ ਨਾਂ ਦਾ ਵਿਅਕਤੀ ਸੀਗਾ, ਮਹਾਵੀਰ ਸਵਾਮੀ ਦਾ ਉਹ ਸ਼ਿਸ਼ਿਆ ਸੀਗਾ। ਉਹ ਸੰਪਰਦਾਇ ਨੇ ਆਪਣੇ ਉਹ ਜਿਹੜੀ ਸੀਗੀ ਉਹਨਾਂ ਦੀ ਜਿਹੜੀ ਖਾਸੀਅਤ ਕੀ ਸੀ ਤੁਸੀਂ ਕਹੋਗੇ, ਵਿਸ਼ੇਸ਼ਤਾ ਕੀ ਸੀ, ਉਹ ਕਿਸਮਤ ਵਿੱਚ ਅਟੱਲ ਵਿਸ਼ਵਾਸ ਰੱਖਦੇ ਸੀ। ਕਿਸਮਤ ਦਾ ਮਤਲਬ ਵੀ ਐਵਰੀਥਿੰਗ ਇਜ਼ ਡਿਟਰਮਿਨਡ, ਆਲਰੇਡੀ ਇਹ ਸਾਰੀ ਚੀਜ਼ ਫਿਕਸ ਹੈ ਜੋ ਤੁਹਾਨੂੰ ਮਿਲਣੀ ਹੈ। ਇਸ ਕਰਕੇ ਉਹਦੇ 'ਚ ਇੱਕ ਫਿਰ ਇਹ ਵੀ ਆਉਂਦਾ ਸੀਗਾ ਕਿ ਐਕਸਟਰਾ ਕੁਝ ਵੀ ਐਫਰਟ ਕਰਨ ਦੀ ਲੋੜ ਨਹੀਂ ਹੈਗੀ। ਬਟ ਇਹ ਅਜੀਵਿਕਾ ਸੈਕਟ 13ਵੀਂ ਸਦੀ ਤੱਕ ਜਾਂਦੇ ਜਾਂਦੇ ਇਹਦਾ ਵਿਕਾਸ ਜਿਹੜਾ ਹੈਗਾ ਹੋਇਆ, ਲੇਕਿਨ ਉਸ ਤੋਂ ਬਾਅਦ ਇਹਦਾ ਪਤਨ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਇੱਕ ਹੋਰ ਸੈਕਟ ਇਹਨਾਂ ਵਿੱਚੋਂ ਬਣਿਆ ਜਿਹਦਾ ਨਾਮ ਸੀ ਸਥਾਨਿਕ ਵਾਸੀ। ਇਹਦੀ ਸਥਾਪਨਾ ਵੀਰਾ ਜੀ ਦੁਆਰਾ ਕੀਤੀ ਗਈ। ਜਿਹੜੇ ਸਥਾਨਿਕ ਵਾਸੀ ਇਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਹੈਗਾ, ਇਹ ਸੂਰਤ ਵਿੱਚ ਇਹਦੀ ਬੇਸਿਕ ਜਿਹੜੀ ਫਾਊਂਡੇਸ਼ਨ ਰੱਖੀ ਗਈ, ਉਹਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਸੰਪਰਦਾ ਦੇ ਜਿਹੜੇ ਅਨੁਆਈ ਸੀ ਉਹ ਮੰਦਰਾਂ ਦੀ ਥਾਂ 'ਤੇ ਮਠਾਂ ਵਿੱਚ ਰਹਿੰਦੇ ਸਨ, ਯਾਨੀ ਇੱਕੋ ਥਾਂ 'ਤੇ ਰਹਿੰਦੇ ਸੀ। ਉੱਥੇ ਨਾ ਤਾਂ ਮੂਰਤੀ ਪੂਜਾ 'ਤੇ ਵਿਸ਼ਵਾਸ ਸੀ, ਨਾ ਹੀ ਉਹ ਤੀਰਥ ਯਾਤਰਾ ਕਰਦੇ ਸੀ, ਯਾਨੀ ਉਹ ਜਿੱਥੇ ਬਹਿ ਜਾਂਦੇ ਸੀ ਉੱਥੇ ਹੀ ਰਹਿੰਦੇ ਸੀ, ਸਾਦਾ ਸਰਲ ਜੀਵਨ ਬਤੀਤ ਕਰਦੇ ਸੀ। ਇਸ ਕਰਕੇ ਲੋਕ ਉਹਨਾਂ ਨੂੰ ਮੰਨਦੇ ਸੀ, ਇਸ ਕਰਕੇ ਉਹਨਾਂ ਨੂੰ ਸਥਾਨਕ ਵਾਸੀ ਕਿਹਾ ਗਿਆ। ਇੱਦਾਂ ਇੱਕ ਹੋਰ ਸੈਕਟ ਬਣਿਆ ਜਿਹਦਾ ਨਾਂ ਸੀ ਲੌਂਗਸਾ। ਲੌਂਗਸਾ ਸੰਪਰਦਾਇ ਦੀ ਸਥਾਪਨਾ ਲੌਂਗਸਾ ਨਾਂ ਦੇ ਇੱਕ ਵਿਅਕਤੀ ਨੇ ਕੀਤੀ ਸੀ, ਜਿਹੜਾ ਅਹਿਮਦਾਬਾਦ ਦਾ ਰਹਿਣ ਵਾਲਾ ਸੀਗਾ। ਜੈਨੀ ਆਚਾਰਿਆ ਗਿਆਨ ਜੀ ਨੇ ਲੌਂਗਸਾ ਨੂੰ ਜੈਨ ਧਰਮ ਦੇ ਮਹਾਨ ਅਤੇ ਪ੍ਰਸਿੱਧ ਧਾਰਮਿਕ ਗ੍ਰੰਥਾਂ ਦਾ ਅਨੁਵਾਦ ਕਰਨ ਲਈ ਆਖਿਆ ਸੀ, ਔਰ ਉਹਨਾਂ ਨੇ ਬੜੀ ਮਿਹਨਤ ਅਤੇ ਗੰਭੀਰਤਾ ਨਾਲ ਜੈਨ ਧਰਮ ਦੇ ਗ੍ਰੰਥਾਂ ਦਾ ਜਿਹੜਾ ਹੈਗਾ ਉਹ ਅਧਿਐਨ ਕੀਤਾ ਅਤੇ ਉਸ ਨਤੀਜੇ 'ਤੇ ਪਹੁੰਚਿਆ ਕਿ ਗ੍ਰੰਥਾਂ ਵਿੱਚ ਕਿਤੇ ਵੀ ਮੂਰਤੀ ਪੂਜਾ ਦਾ ਵਰਣਨ ਨਹੀਂ ਹੈ ਅਤੇ ਜੈਨ ਸਦੀਆਂ ਤੋਂ ਮੂਰਤੀ ਪੂਜਾ ਕਰਦੇ ਆ ਰਹੇ ਸਨ। ਇਸ ਲਈ ਲੌਂਗਸਾ ਨੇ ਜੈਨ ਧਰਮ ਵਿੱਚ ਮੂਰਤੀ ਪੂਜਾ ਦਾ ਬਹੁਤ ਭਾਰੀ ਵਿਰੋਧ ਕੀਤਾ ਅਤੇ ਨੈਚੁਰਲੀ ਹੈ ਕਿ ਉਹ ਫਿਰ ਇੱਕ ਅਲੱਗ ਸੰਪਰਦਾਇ ਦੇ ਰੂਪ ਦੇ ਵਿੱਚ ਫਿਕਸ ਹੋਇਆ। ਉਸ ਤੋਂ ਬਾਅਦ ਬੇਟਾ ਇੱਕ ਹੋਰ ਸੈਕਟ ਦਾ ਨਾਮ ਆਉਂਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਤੇਰਾ ਸੰਪਰਦਾਇ, ਤੇਰਾ ਪੰਥ। ਇਹ ਸੰਪਰਦਾਇ ਦੀ ਜਿਹੜੀ ਸਥਾਪਨਾ ਹੈ ਬੜੀ ਲੇਟਰ ਸਟੇਜ ਦੇ ਵਿੱਚ ਹੁੰਦੀ ਹੈ। ਇਹ ਸੰਪਰਦਾਇ ਦੇ ਜਿਹੜੇ ਅਨੁਯਾਈ ਨੇ ਬਾਹਰੀ ਦਿਖਾਵੇ, ਜਾਤੀ ਪ੍ਰਥਾ ਅਤੇ ਮੂਰਤੀ ਪੂਜਾ ਦਾ ਵਿਰੋਧ ਕਰਦੇ ਨੇ। ਇਹਨਾਂ ਵਿੱਚ ਫਿਰ ਅਗਲੀ ਹੁਣ ਅਸੀਂ ਡਿਟੇਲ 'ਚ ਨਹੀਂ ਜਾਣਾ, ਹੋਰ ਅੱਗੋਂ ਬੜੇ ਬਣੇ 13 ਪੰਥੀ 22 ਪੰਥੀ, ਯਾਨੀ ਜਿਹੜੇ ਮਹਾਵੀਰ ਜੈਨ ਦੇ ਕਿੰਨੇ ਸਿਧਾਂਤਾਂ ਨੂੰ ਅਪਣਾਉਂਦੇ ਨੇ ਉਹ ਜੁੜਨਾ ਸ਼ੁਰੂ ਹੋ ਗਿਆ ਵੀ ਉਹ ਇੰਨਿਆਂ ਨੂੰ ਮੰਨਦੇ ਆ, ਇਹਦੇ ਮੁਤਾਬਿਕ ਚੱਲਦੇ ਆ, ਉਸ ਤਰੀਕੇ ਦੇ ਨਾਲ ਨਾਮ ਉਹਨਾਂ ਦਾ ਪੈਣਾ ਸ਼ੁਰੂ ਹੋ ਗਿਆ ਬੇਟਾ। ਤੋ ਇਹ ਅਲੱਗ-ਅਲੱਗ ਸੰਪਰਦਾਇਕ ਵਿਕਾਸ ਜਿਹੜਾ ਹੈਗਾ ਹੈ ਉਹ ਜੈਨ ਧਰਮ ਦਾ ਬੇਟਾ ਇਸ ਤਰੀਕੇ ਦੇ ਨਾਲ ਸਾਡੇ ਸਾਹਮਣੇ ਆਉਂਦਾ ਹੈਗਾ। ਹੁਣ ਲੇਕਿਨ ਅਸੀਂ ਇਹਦੇ 'ਚ ਇੱਕ ਚੀਜ਼ ਜਿਹੜੀ ਹੋਰ ਦੇਖਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਜੈਨ ਧਰਮ ਕਿੰਨਾ ਕੁ ਫੈਲਿਆ, ਕਿਉਂ ਫੈਲਿਆ। ਇੱਕ ਤਾਂ ਅਸੀਂ ਸਿੱਖਿਆ ਵੀ ਆਹ ਚੀਜ਼ਾਂ ਕਰਕੇ ਫੈਲਿਆ, ਆਹ ਸਾਰੇ ਚੀਜ਼ਾਂ ਨੇ। ਦੂਸਰਾ ਹੈਗਾ ਸ਼ਾਂਤੀ ਦੀ ਭਾਵਨਾ, ਕਿਉਂਕਿ ਨੌਨ ਵਾਇਲੈਂਸ ਦੀ ਗੱਲ ਕਰਦਾ ਹੈ, ਠੀਕ ਹੈ। ਅਤੇ ਮਹਾਵੀਰ ਜੈਨ ਦਾ ਵਕਤਿਤਵ ਉਹਦੇ 'ਚ ਆਏਗਾ, ਸਿੱਖਿਆਵਾਂ ਸਰਲ ਨੇ ਉਹ ਆਉਣਗੇ, ਯਾਨੀ ਉਹ ਸਾਰੇ ਚੰਗੇ ਫੀਚਰਸ ਜੋ ਜੈਨ ਧਰਮ ਦੇ ਨੇ ਉਹ ਅਸੀਂ ਬਣਾਵਾਂਗੇ ਕਿ ਉਹ ਜੈਨ ਧਰਮ ਦੇ ਵਿਕਾਸ ਦੇ ਕਾਰਨ ਬਣੇ। ਉਹਦੇ 'ਚ ਕੁਛ ਐਕਸਟਰਾ ਸਾਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ। ਜੋ ਉਹਦੇ ਸਾਰੇ ਚੰਗੇ ਫੀਚਰਸ ਅਸੀਂ ਬਣਾਉਂਦੇ ਹਾਂ, ਉਹੀ ਜੋ ਗੱਲਾਂ ਅਸੀਂ ਪਹਿਲਾਂ ਕੀਤੀਆਂ ਉਹ ਸਾਰੀਆਂ ਉਹਦੇ ਵਿੱਚ ਆਉਣਗੀਆਂ, ਉਸੇ ਨੂੰ ਹੀ ਅਸੀਂ ਐਕਸਪਲੇਨ ਕਰਾਂਗੇ ਬੇਟਾ, ਠੀਕ ਹੈ। ਹੁਣ ਆ ਜਾਂਦਾ ਹੈ ਕਿ ਇਹ ਜੈਨ ਧਰਮ ਅਗਰ ਇੰਨਾ ਹੀ ਜ਼ਿਆਦਾ ਪ੍ਰਸਿੱਧ ਹੋ ਰਿਹਾ ਸੀ ਤਾਂ ਫਿਰ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਉੱਦਾਂ ਹੀ ਕਿਉਂ ਨਹੀਂ ਫੈਲਿਆ ਜਿੱਦਾਂ ਹਿੰਦੂਇਜ਼ਮ ਜਾਂ ਵੈਦਿਕ ਧਰਮ ਉਸ ਵੇਲੇ ਦਾ ਫੈਲਿਆ ਹੋਇਆ ਸੀ। ਤਾਂ ਕੁਛ ਨਾ ਕੁਛ ਤਾਂ ਕਾਰਨ ਹੋਏਗਾ।
ਤਾਂ ਉਹਦੇ 'ਚ ਅਸੀਂ ਜਦੋਂ ਦੇਖਦੇ ਹਾਂ ਵੀ ਬਹੁਤ ਜ਼ਿਆਦਾ ਨਾ ਫੈਲਣ ਦੇ ਕੀ ਕਾਰਨ ਰਹੇ, ਤਾਂ ਅਸੀਂ ਇੱਕ ਦੇਖਦੇ ਹਾਂ ਕਿ ਪ੍ਰਚਾਰ ਦੀ ਘਾਟ ਰਹੀ। ਜਿਵੇਂ ਅਸੀਂ ਦੇਖਿਆ ਸਥਾਨਕ ਵਾਸੀ ਨੇ ਉਹ ਆਪਣੇ ਮਠਾਂ 'ਚ ਹੀ ਬੈਠੇ ਆ, ਤੇ ਉਹਨਾਂ ਦੇ ਕੋਲੇ ਜਿਹੜਾ ਆਏਗਾ ਉਹੀ ਉਹਨਾਂ ਦੀ ਗੱਲ ਸੁਣੇਗਾ, ਬਾਕੀ ਨਹੀਂ ਸੁਣ ਸਕਣਗੇ। ਦੂਜਾ ਬੇਟਾ ਜਿਹੜਾ ਇੱਕ ਮੇਨ ਹਿੰਡਰੈਂਸ ਰਹੀ, ਉਹ ਅੱਜ ਵੀ ਹੈ, ਉਹ ਹੈ ਕਠੋਰ ਤਪੱਸਿਆ। ਔਰ ਤੁਸੀਂ ਹੁਣ ਵੀ ਦੇਖੋ ਕਿ ਈਵਨ ਜਦੋਂ ਕੋਈ ਜੈਨ ਸਾਧਵੀ ਬਣਦੀ ਹੈ ਜਾਂ ਕੋਈ ਸਾਧੂ ਬਣਦਾ ਹੈ, ਉਹਦਾ ਇੱਕ ਇੱਕ ਬਾਲ ਜਿਹੜਾ ਹੈ ਉਹ ਕੱਢਿਆ ਜਾਂਦਾ ਹੈ। ਜਾਣੀ ਕਸ਼ਟ ਦੇ ਉੱਤੇ ਕਸ਼ਟ ਭੋਗਣ ਦੇ ਉੱਤੇ ਬੜਾ ਜ਼ੋਰ। ਔਰ ਕਈ ਵਾਰੀ ਤੁਸੀਂ ਅਖਬਾਰਾਂ 'ਚ ਬੇਟਾ ਪੜ੍ਹਦੇ ਹੋਵੋਗੇ, ਉਹ ਕਹਿੰਦੇ ਵੀ ਉਹਨਾਂ ਨੇ ਜੀ ਹੁਣ ਅੰਨ ਜਲ ਲੈਣਾ ਬੰਦ ਕਰ ਦਿੱਤਾ। ਜਾਣੀ ਇਸ ਤਰੀਕੇ ਦੇ ਨਾਲ ਆਖਰੀ ਸਮੇਂ 'ਚ ਉਹ ਆਪਣੇ ਸਰੀਰ ਨੂੰ ਪਰੇ ਕਰ ਲੈਂਦੇ ਨੇ ਔਰ ਹੌਲੀ ਹੌਲੀ ਫਿਰ ਸਰੀਰ ਨੂੰ ਛੱਡ ਦਿੰਦੇ ਨੇ। ਤਾਂ ਇੰਨਾ ਹਰ ਬੰਦੇ ਦੇ ਲਈ ਸੰਭਵ ਨਹੀਂ ਹੁੰਦਾ। ਤੀਸਰਾ ਉਹਨਾਂ ਨੇ ਕਿਹਾ ਅਹਿੰਸਾ। ਔਰ ਅਹਿੰਸਾ ਕਿਹੜੀ ਕਹੀ? ਕਠੋਰ ਅਹਿੰਸਾ। ਜਿਵੇਂ ਅਸੀਂ ਪੜ੍ਹਿਆ ਸੀਗਾ, ਈਵਨ ਮਾਨਸਿਕ ਤੌਰ 'ਤੇ ਵੀ ਤੁਸੀਂ ਕਿਸੇ ਨੂੰ ਕਸ਼ਟ ਨਹੀਂ ਦੇਣਾ। ਤਾਂ ਪ੍ਰੈਕਟੀਕਲੀ ਇਹ ਚੀਜ਼ਾਂ ਜਿਹੜੀਆਂ ਨੇ ਆਮ ਬੰਦੇ ਦੇ ਲਈ ਬਹੁਤ ਔਖੀਆਂ ਹੋ ਜਾਂਦੀਆਂ ਨੇ, ਵੀ ਤੁਹਾਨੂੰ ਮਾਰਨਾ ਨਹੀਂ, ਭਾਵੇਂ ਆਪਣੀ ਮੌਤ ਹੋ ਜਾਏ, ਮੂੰਹ 'ਤੇ ਕੱਪੜਾ ਬੰਨ੍ਹ ਕੇ ਰੱਖਣਾ, ਨੰਗੇ ਪੈਰ ਚੱਲਣਾ, ਤੇ ਆਮ ਬੰਦੇ ਲਈ ਬੇਟਾ ਚੀਜ਼ਾਂ ਸਹਿਣੀਆਂ ਬਹੁਤ ਔਖੀਆਂ ਨੇ। ਤੇ ਇਸ ਕਰਕੇ ਲੋਕ ਜਿਹੜੇ ਸੀ ਫਿਰ ਉਹ ਮਤਲਬ ਕਿ ਰਿਸਪੈਕਟ ਤਾਂ ਕਰਦੇ ਸੀਗੇ ਇਸ ਧਰਮ ਦੀ, ਲੇਕਿਨ ਇਸ ਧਰਮ ਨੂੰ ਫੋਲੋ ਕਰਨ ਤੋਂ ਪਰਹੇਜ਼ ਕਰਨ ਲੱਗ ਪੈਂਦੇ ਸਨ। ਇੱਦਾਂ ਹੀ ਬੇਟਾ ਸਰਕਾਰੀ ਸਹਾਇਤਾ ਜਿੰਨੀ ਦੇਰ ਕਿਸੇ ਰਾਜਿਆਂ ਨੇ ਸਪੋਰਟ ਕੀਤੀ ਤਾਂ ਠੀਕ ਹੈ, ਜਦੋਂ ਰਾਜਿਆਂ ਨੇ ਸਪੋਰਟ ਨਹੀਂ ਕੀਤੀ, ਗੁਪਤ ਕਾਲ ਆ ਗਿਆ, ਉਹਦੇ 'ਚ ਸਪੋਰਟ ਨਹੀਂ ਮਿਲੀ, ਤਾਂ ਉਹ ਫਿਰ ਵਾਪਸ ਲੋਕ ਜਿਹੜੇ ਸੀ ਦੂਜੇ ਪਾਸੇ ਜਾਣਾ ਸ਼ੁਰੂ ਹੋ ਗਏ। ਔਰ ਇੱਕ ਹੋਰ ਕਾਰਨ ਹੈ ਕਿ ਉਹਦੇ ਪੈਰਲਲ ਇੱਕ ਹੋਰ ਧਰਮ ਚੱਲਦਾ ਜਿਹਨੂੰ ਅਸੀਂ ਨੈਕਸਟ ਪੜ੍ਹਾਂਗੇ, ਉਹ ਹੈ ਬੁੱਧ ਧਰਮ। ਤੇ ਬੁੱਧ ਧਰਮ ਨੇ ਵੀ ਜਿਹੜਾ ਹੈਗਾ ਹਰਮਨ ਪਿਆਰਾ ਹੋਣਾ ਸ਼ੁਰੂ ਹੋ ਗਿਆ। ਤਾਂ ਉਹਦੇ ਨਾਲ ਵੀ ਲੋਕਾਂ ਦੇ ਕੋਲੇ ਦੋ ਆਪਸ਼ਨਸ ਹੋ ਗਈਆਂ, ਆਈਦਰ ਜੈਨਿਜ਼ਮ ਔਰ ਬੁੱਧਿਜ਼ਮ। ਤੇ ਜਿਹੜੇ ਬੁੱਧਿਜ਼ਮ ਵਾਲੇ ਪਾਸੇ ਗਏ ਉਹ ਜੈਨਿਜ਼ਮ ਤੋਂ ਦੂਰ ਹੋਣ ਲੱਗ ਪਏ। ਇਸੇ ਤਰੀਕੇ ਦੇ ਨਾਲ ਅਸੀਂ ਪੜ੍ਹਦੇ ਹਾਂ ਕਿ ਜਿਹੜੇ ਜੈਨ ਵਿਦਵਾਨਾਂ ਦੀ ਘਾਟ ਔਰ ਜੈਨ ਧਰਮ ਜਿਹੜਾ ਸੀਗਾ ਉਹ ਸੀਮਿਤ ਲੋਕਾਂ ਤੱਕ ਸੀਮਿਤ ਰਿਹਾ, ਜਿਹਦੇ ਕਰਕੇ ਇਹ ਧਰਮ ਜਿਹੜਾ ਸੀਗਾ ਉਹ ਅੱਗੇ ਨਹੀਂ ਵੱਧ ਸਕਿਆ। ਠੀਕ ਹੈ, ਤਾਂ ਇਹ ਚੀਜ਼ਾਂ ਅਸੀਂ ਉਹਦੇ ਵਿੱਚ ਦੇਖਣ ਨੂੰ ਸਾਨੂੰ ਮਿਲਦੀਆਂ ਨੇ, ਜਿਹਦੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਜੈਨ ਧਰਮ ਦਾ ਵਿਕਾਸ ਸੀ ਉਹ ਲਿਮਟਡ ਸਾਡੇ ਸਾਹਮਣੇ ਆਉਂਦਾ ਹੈਗਾ ਬੇਟਾ। ਠੀਕ ਹੈ, ਤਾਂ ਇਹੀ ਉਹਦੇ ਪਤਨ ਦੇ ਕਾਰਨ ਵੀ ਬਣ ਜਾਂਦੇ ਨੇ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਬਹੁਤਾ ਵਿਕਾਸ ਨਹੀਂ ਹੋ ਸਕਿਆ, ਤਾਂ ਉਹਦਾ ਮਤਲਬ ਇਹ ਵੀ ਹੈਗਾ ਕਿ ਜਿਹੜਾ ਵਿਕਾਸ ਨਹੀਂ ਹੋ ਸਕਿਆ ਤਾਂ ਉਹਦਾ ਡਿਕਲਾਈਨ ਜਿਹੜਾ ਹੈਗਾ ਹੋਣਾ ਸ਼ੁਰੂ ਹੋ ਗਿਆ। ਤਾਂ ਇਹ ਸਾਡੇ ਨਾਲ ਜੈਨਿਜ਼ਮ ਦਾ ਟੌਪਿਕ ਜਿਹੜਾ ਕੰਪਲੀਟ ਹੋ ਗਿਆ।